ਕੀ ਕਹਿਣਾ ਚਾਹੁੰਦੇ ਹੋ ਕਿ ਕਿਵੇਂ ਪੰਜਾਬ ਜਿਹੜੀ ਸਾਡੀ ਮਾਂ ਬੋਲੀ ਹੈ, ਉਹਨੂੰ ਕਿਵੇਂ ਪ੍ਰਫੁੱਲਿਤ ਕੀਤਾ ਜਾ ਸਕਦਾ? ਲਗਾਤਾਰ ਭਾਵੇਂ ਜਿਹੜੀਆਂ ਵੀ ਵਕਤ ਦੀਆਂ ਸਰਕਾਰਾਂ ਰਹੀਆਂ, ਪੰਜਾਬੀ ਦੇ ਨਾਲ ਔਰ ਪੰਜਾਬੀਅਤ ਦੇ ਨਾਲ ਧੱਕਾ ਕਰਦੀਆਂ ਹਨ। ਜੀ, ਜੀ। ਖਤਮ ਕਰਨ ਵਾਸਤੇ ਘਰ-ਘਰ ਦੇ ਵਿੱਚੋਂ ਕਾਇਦੇ ਕੱਢਤੇ ਗਏ, ਸਾੜਤੇ ਗਏ, ਜਿਹੜੀ ਇਤਿਹਾਸ ਦੀਆਂ ਸਾਡੀਆਂ ਕਿਤਾਬਾਂ ਸੀ ਉਹਨਾਂ ਨੂੰ ਹਟਾ ਦਿੱਤੀਆਂ ਗਈਆਂ। ਕਿ ਗੁਰੂ ਮਹਾਰਾਜ ਦਾ ਨਾਮ ਲੈ ਕੇ ਤੁਸੀਂ ਫਤਿਹ ਬੁਲਾ ਕੇ ਔਰ ਤੁਸੀਂ ਸ਼ਰਾਬ ਦੀਆਂ ਗੱਲਾਂ ਕਰੋ, ਇਹ ਵਾਕਈ ਬੜੀ ਮੰਦਭਾਗੀ ਗੱਲ ਸੀ। ਇਮੀਡੀਏਟਲੀ ਐਕਸ਼ਨ ਲਿਆ ਗਿਆ ਔਰ ਸਾਰੀ ਟੀਮ ਨੂੰ ਬਰਖਾਸਤ ਕੀਤਾ ਗਿਆ, ਉਹਨਾਂ ਕੋਲ ਮਾਫੀਆਂ ਮੰਗਾਈਆਂ ਗਈਆਂ। ਉਹ ਆਪ ਉਹਨਾਂ ਨੂੰ ਸਦਬੁੱਧੀ ਹੋਣੀ ਚਾਹੀਦੀ ਹੈ ਕਿ ਅਸੀਂ ਸਿਰਾਂ ਤੇ ਪੱਗ ਬੰਨੀ ਹੈ ਔਰ ਇਹ ਪੱਗ ਇੱਕ ਜ਼ਿੰਮੇਵਾਰੀ ਹੈ ਔਰ ਉਸ ਜ਼ਿੰਮੇਵਾਰੀ ਦਾ ਅਹਿਸਾਸ ਹਰ ਇੱਕ ਨੂੰ ਹੋਣਾ ਚਾਹੀਦਾ ਹੈ। ਹਾਂਜੀ, ਤੁਸੀਂ ਜੁੜੇ ਹੋ ਅਕਾਲ ਚੈਨਲ ਦੇ ਨਾਲ। ਮੈਂ ਹਾਂ ਬੇਅੰਤ ਸਿੰਘ ਪਟਿਆਲਾ। ਗੱਲਬਾਤ ਕਰਨ ਦੇ ਲਈ ਬਹੁਤ ਸਤਿਕਾਰਯੋਗ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਸਾਡੇ ਨਾਲ ਜੁੜੇ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਅਕਾਲ ਚੈਨਲ ਤੇ ਸਵਾਗਤ ਕਰਦੇ ਹਾਂ। ਕਾਲਕਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਕਾਲਕਾ ਸਾਹਿਬ, ਦਿੱਲੀ ਦੇ ਜਿਹੜੀਆਂ ਸਮੁੱਚੇ ਆਪਾਂ ਜਿਹੜੀ ਇੱਥੋਂ ਦੀ ਸਮੱਸਿਆਵਾਂ ਨੇ, ਬਹੁਤ ਸਾਰੀਆਂ ਜਿਹੜੀਆਂ ਆਉਂਦੀਆਂ ਨੇ, ਖਾਸ ਕਰਕੇ ਪੰਜਾਬੀ ਨੂੰ ਲੈ ਕੇ। ਪਹਿਲਾਂ ਗੱਲ ਕਰਾਂਗੇ ਕਿਉਂਕਿ ਪਿਛਲੇ ਦਿਨ ਤੁਸੀਂ ਇੱਕ ਬਹੁਤ ਵੱਡਾ ਇੱਕ ਨਿਵੇਕਲਾ ਉਪਰਾਲਾ ਕੀਤਾ ਹੈਗਾ ਪੰਜਾਬੀ ਵਾਸਤੇ। ਕੀ ਕਹਿਣਾ ਚਾਹੁੰਦੇ ਹੋ ਕਿ ਕਿਵੇਂ ਪੰਜਾਬ ਜਿਹੜੀ ਸਾਡੀ ਮਾਂ ਬੋਲੀ ਹੈ, ਉਹਨੂੰ ਕਿਵੇਂ ਪ੍ਰਫੁੱਲਿਤ ਕੀਤਾ ਜਾ ਸਕਦਾ? ਦੇਖੋ, ਮੈਂ ਸਮਝਦਾ ਕਿ ਪਿਛਲੇ ਕਈ ਸਾਲਾਂ ਤੋਂ ਇਹ ਜਿਹੜੀ ਲਗਾਤਾਰ ਭਾਵੇਂ ਜਿਹੜੀਆਂ ਵੀ ਵਕਤ ਦੀਆਂ ਸਰਕਾਰਾਂ ਰਹੀਆਂ, ਪੰਜਾਬੀ ਦੇ ਨਾਲ ਔਰ ਪੰਜਾਬੀਅਤ ਦੇ ਨਾਲ ਧੱਕਾ ਕਰਦੀਆਂ ਹਨ। ਜੀ, ਜੀ। ਔਰ ਇਹ ਅੱਜ ਦੀ ਨਹੀਂ ਹੈ, ਪੁਰਾਣੇ ਸਮੇਂ ਦੀ ਤੁਸੀਂ ਕਵਾਇਤ ਸੁਣੋਗੇ ਕਿ ਜਿਸ ਵਕਤ ਕਿਹਾ ਜਾਂਦਾ ਸੀ ਕਿ ਗੁਰਮੁਖੀ ਨੂੰ ਖਤਮ ਕਰਨ ਵਾਸਤੇ ਘਰ-ਘਰ ਦੇ ਵਿੱਚੋਂ ਕਾਇਦੇ ਕੱਢਤੇ ਗਏ, ਸਾੜਤੇ ਗਏ, ਜਿਹੜੀ ਇਤਿਹਾਸ ਦੀਆਂ ਸਾਡੀਆਂ ਕਿਤਾਬਾਂ ਸੀ ਉਹਨਾਂ ਨੂੰ ਹਟਾ ਦਿੱਤੀਆਂ ਗਈਆਂ ਜੀ, ਔਰ ਸਿੱਖ ਕੌਮ ਦਾ ਜਿਹੜਾ ਸੁਨਹਿਰਾ ਇਤਿਹਾਸ ਸੀ ਉਹਨੂੰ ਖਤਮ ਕਰਤਾ ਗਿਆ। ਜੀ। ਔਰ ਸਾਡੇ ਵੱਡਿਆਂ ਨੇ ਇਹਨੂੰ ਸਾਂਭਣ ਦੀ ਪੂਰੀ ਤਰੀਕੇ ਕੋਸ਼ਿਸ਼ ਨਹੀਂ ਕੀਤੀ। ਬਿਲਕੁਲ। ਸੋ ਲਗਾਤਾਰ ਇਹ ਨਿਗਾਰ ਆਉਂਦਾ ਚਲੇ ਗਿਆ ਸਿਸਟਮ ਦੇ ਵਿੱਚ ਔਰ ਅੱਜ ਪੰਜਾਬੀ ਪੜ੍ਹਨ ਵਾਲੇ ਬਹੁਤ ਘੱਟ ਹੋ ਗਏ, ਪੰਜਾਬੀ ਬੋਲਣ ਵਾਲੇ ਘਟਦੇ ਜਾ ਰਹੇ ਆ ਔਰ ਪੰਜਾਬ ਦੀ ਧਰਤੀ ਦੇ ਵਿੱਚ ਤੇ ਹੁਣ ਮੈਂ ਸਮਝਦਾ ਕਿ ਪੰਜਾਬੀਅਤ ਨਾਲ ਵੱਧ ਕ੍ਰਿਸਟੈਨਿਟੀ ਉੱਥੇ ਜ਼ਿਆਦਾ ਪ੍ਰਫੁੱਲਿਤ ਹੋ ਗਈ ਹੈ ਔਰ ਇਹ ਲਗਾਤਾਰ ਜਿਹੜਾ ਨਿਗਾਰ ਹੈ, ਇਹ ਜਿਹੜੇ ਲੋਕ ਕਾਬਜ਼ ਰਹੇ ਹੈ ਸਿਸਟਮਸ ਦੇ ਵਿੱਚ, ਭਾਵੇਂ ਉਹ ਸ਼੍ਰੋਮਣੀ ਕਮੇਟੀ ਹੈ, ਭਾਵੇਂ ਉੱਤੇ ਹੋਰ ਵੱਡੀਆਂ ਸੰਸਥਾਵਾਂ ਨੇ, ਉਹ ਪੰਜਾਬ ਦੇ ਵਿੱਚ ਬੜਾ ਨਿਗਾਰ ਆਇਆ। ਦਿੱਲੀ ਦੇ ਵਿੱਚ ਕਾਫੀ ਇਹਦੇ ਵਿੱਚ ਰੋਕ ਲੱਗੀ ਰਹੀ ਹੈ, ਮਗਰ ਅੱਜ ਵੀ ਕਈ ਐਸੇ ਵੱਡੇ ਪਰਿਵਾਰ ਨੇ ਜਿਨ੍ਹਾਂ ਦੇ ਘਰੋਂ ਸਿੱਖੀ ਖਤਮ ਹੁੰਦੀ ਜਾ ਰਹੀ ਹੈ ਔਰ ਪੰਜਾਬੀਅਤ ਵੀ ਖਤਮ ਹੋ ਜਾ ਰਹੀ ਹੈ। ਇਹਨੂੰ ਰੋਕਣ ਵਾਸਤੇ ਜਦ ਤੋਂ ਅਸੀਂ ਜ਼ਿੰਮੇਵਾਰੀ ਸੰਭੀ ਹੈ ਤੇ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਦਿੱਲੀ ਦੇ ਵਿੱਚ ਪੰਜਾਬੀਆਂ ਦੇ ਪੰਜਾਬੀਅਤ ਦੇ ਕੈਂਪ, ਗੁਰਮੁਖੀ ਦੇ ਕੈਂਪ ਲਾਏ ਜਾਣ ਔਰ ਹਰ ਸਾਲ 2 ਮਹੀਨੇ ਦੇ ਛੁੱਟੀਆਂ ਦੇ ਵਿੱਚ ਇੱਥੇ ਕੈਂਪ ਲਾਏ ਜਾਂਦੇ ਨੇ ਔਰ ਬੱਚਿਆਂ ਨੂੰ ਗੁਰਮਤਿ ਦੇ ਨਾਲ ਜੋੜਿਆ ਜਾਂਦਾ ਹੈ। ਪੰਜਾਬੀ ਈਵਨ ਪੰਜਾਬੀ ਨੂੰ ਮੁੱਢਲੀ ਜਿਹੜੀ ਸਿੱਖਿਆ ਦੇਣ ਵਾਸਤੇ ਨਵੇਂ ਕਾਇਦੇ ਤੱਕ ਅਸੀਂ ਪ੍ਰਿੰਟ ਕਰਵਾਏ ਨੇ ਜਿਨ੍ਹਾਂ ਦੇ ਵਿੱਚ ਗੁਰਬਾਣੀ ਦੇ ਨਾਲ ਜੁੜੇ ਹੋਏ ਲਫ਼ਜ਼ ਜੀ, ਜਿਹੜੇ ਨੇ ਉਹ ਐਡ ਆਨ ਕੀਤੇ ਜਾ ਸਕਣ। ਜੀ। ਪੰਜਾਬੀ ਭਾਸ਼ਾ ਵਿਭਾਗ ਇਸ ਪਹਿਲੀ ਵਾਰ ਦਿੱਲੀ ਦੀ ਹਿਸਟਰੀ ਦੇ ਵਿੱਚ ਅਸੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਆਉਣ ਤੋਂ ਬਾਅਦ ਬਣਵਾਇਆ। ਜੀ। ਸੋ ਇਸ ਕਰਕੇ ਕਿ ਕਿਸੇ ਤਰੀਕੇ ਦੇ ਨਾਲ ਅਸੀਂ ਪੰਜਾਬੀ ਨੂੰ ਬਚਾ ਲਈਏ। ਰੋਜ਼ ਨਵੇਂ ਹਮਲੇ ਪੰਜਾਬੀਅਤ ਉੱਤੇ ਹੋ ਰਹੇ ਆ। ਸਰਕਾਰਾਂ ਭਾਵੇਂ ਉਹ ਕੇਂਦਰ ਦੀ ਹੋਣ, ਭਾਵੇਂ ਉਹ ਸੂਬੇ ਦੀ ਹੋਏ, ਜੀ। ਸਾਰੇ ਪੰਜਾਬੀਆਂ ਦੇ ਮਗਰ ਪਏ ਹੋਏ ਨੇ ਔਰ ਅੱਜ ਜਿਸ ਤਰੀਕੇ ਦੇ ਨਾਲ ਕੋਰਸਿਸ ਨੇ, ਸਾਡਾ ਪੰਜਾਬੀ ਦਾ ਕੋਰਸ ਜਿਹੜਾ ਹੈ ਉਹ ਸਬਜੈਕਟ ਹੀ ਹਟਾਇਆ ਜਾਂਦਾ ਹੈ। ਅੱਜ ਨਵੇਂ ਵੋਕੇਸ਼ਨਲ ਕੋਰਸਿਸ ਐਡ ਆਨ ਕਰਕੇ 6 ਤੋਂ ਪਹਿਲੀ 5th ਪ੍ਰੈਫਰੈਂਸ ਹੁੰਦੀ ਸੀ, ਫਿਰ 6 ਤੋਂ ਹੀ 6 ਤੋਂ 7th ਕਰਤੀ। ਜੀ। ਕਿਹੜਾ ਬੱਚਾ 7th ਪ੍ਰੈਫਰੈਂਸ ਦੇ ਵਿੱਚ ਉਹ ਪੰਜਾਬੀ ਪੜ੍ਹੇਗਾ? ਆਉਣ ਵਾਲੇ ਸਮੇਂ ਦੇ ਵਿੱਚ ਨਾ ਪੰਜਾਬੀ ਪੜ੍ਹਨ ਵਾਲੇ ਹੋਣਗੇ, ਨਾ ਪੜ੍ਹਾਉਣ ਵਾਲੇ ਹੋ ਸਕਣਗੇ। ਜੀ, ਤਾਂ ਬਹੁਤ ਵੱਡੀ ਇੱਕ ਚਿੰਤਾ ਦਾ ਵਿਸ਼ਾ ਹੈ। ਜੀ। ਬਿਲਕੁਲ ਜੀ। ਇੱਕ ਤਾਂ ਪੰਜਾਬੀ ਵੈਸੇ ਸਾਡੀ ਮਾਂ ਬੋਲੀ ਆ ਔਰ ਇਹਦੇ ਲਈ ਨਿਵੇਕਲੇ ਉਪਰਾਲੇ ਜਿਹੜੇ ਤੁਸੀਂ ਕੀਤੇ ਆ, ਸ਼ਲਾਘਾਯੋਗ ਨੇ। ਅਸੀਂ ਚਾਹਾਂਗੇ ਉਹ ਜਿਹੜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਕਾਇਦਾ ਛਾਪਿਆ ਗਿਆ ਪੰਜਾਬੀ ਦਾ, ਉਹ ਵੀ ਤੁਹਾਨੂੰ ਇੱਥੇ ਡਿਸਪਲੇ ਕਰਾਂਗੇ। ਔਰ ਵੀਰ ਜੀ, ਇੱਕ ਗੱਲ ਹੋਰ, ਜਿਹੜੀ ਦਿੱਲੀ ਵਿੱਚ ਖਾਸ ਕਰਕੇ ਕਕਾਰਾਂ ਨੂੰ ਲੈ ਕੇ ਬਹੁਤ ਸਾਰੀ ਸਮੱਸਿਆਵਾਂ ਸਕੂਲਾਂ ਵਿੱਚ ਆਉਂਦੀਆਂ ਨੇ। ਇਹ ਸਮੱਸਿਆਵਾਂ ਹੁਣ ਕੁਝ ਦਿਨਾਂ ਤੋਂ, ਚਾਹੇ ਆਪਾਂ ਸੋਸ਼ਲ ਮੀਡੀਆ ਦਾ ਜ਼ਮਾਨਾ ਦੇਖ ਲਈਏ, ਬਹੁਤ ਸਾਰੀਆਂ ਵੱਧਦੀਆਂ ਨਜ਼ਰ ਆਉਂਦੀਆਂ ਨੇ ਔਰ ਉਹ ਲੋਕ ਟਰੋਲ ਵੀ ਕਰਦੇ ਨੇ, ਖਾਸ ਕਰਕੇ ਸਿੱਖ ਬੱਚਿਆਂ ਨੂੰ। ਇਹਦੇ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਖਾਸ ਪ੍ਰਬੰਧ ਸਰਕਾਰ ਨਾਲ ਮਿਲ ਕੇ ਜਾਂ ਨਹੀਂ, ਕੋਈ? ਬਿਲਕੁਲ ਦੇਖੋ, ਖਾਲੀ ਸਰਕਾਰ ਨਹੀਂ, ਸੁਪਰੀਮ ਕੋਰਟ ਦੀ ਰੂਲਿੰਗ ਤੱਕ ਆ ਚੁੱਕੀ ਹੋਈ ਹੈ ਕਿ ਕਕਾਰ ਕਿਤੇ ਵੀ ਰੋਕੇ ਨਹੀਂ ਜਾ ਸਕਦੇ। ਜੀ। ਇਹ ਅਵੇਅਰਨੈਸ ਲਿਆਉਣ ਦੀ ਲੋੜ ਹੈ ਔਰ ਅਸੀਂ ਹਮੇਸ਼ਾ ਸਕੂਲਾਂ ਦੇ ਵਿੱਚ ਜਿੰਨੇ ਸਾਡੇ ਪਬਲਿਕ ਸਕੂਲਸ ਨੇ, ਪ੍ਰਾਈਵੇਟ ਸਕੂਲਸ ਨੇ, ਉਹਨਾਂ ਨੂੰ ਅਸੀਂ ਅਵੇਅਰ ਕੀਤਾ, ਬਾਰ-ਬਾਰ ਸੈਮੀਨਾਰਸ ਦੇ ਵਿੱਚ ਇਹ ਗੱਲ ਕਰਦੇ ਹਾਂ
ਮਗਰ ਕਿਧਰੇ ਨਾ ਕਿਧਰੇ ਸ਼ਰਾਰਤੀ ਲੋਕ ਹੁੰਦੇ ਨੇ ਜਿਹੜੇ ਕਿਸੇ ਵੱਖਰੀ ਸੋਚ ਦੇ, ਉਹਨਾਂ ਦੀ ਆਈਡੀਓਲੋਜੀ ਵੱਖਰੀ ਹੋਏ, ਉਹ ਲੋਕ ਜਿਹੜੇ ਨੇ ਸਕੂਲਾਂ ਦੇ ਵਿੱਚ ਇਹ ਰੋਕ-ਟੋਕ ਕਰਦੇ ਨੇ। ਔਰ ਉਸੇ ਵਕਤ ਜਿਸ ਵਕਤ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਹੈ, ਇਮੀਡੀਏਟਲੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਉੱਥੇ ਪਹੁੰਚਦੀ ਹੈ, ਸਾਡੇ ਲੀਗਲ ਐਕਸਪਰਟਸ ਹੈਗੇ ਨੇ, ਜੀ, ਔਰ ਇਸ ਦੇ ਉੱਤੇ ਸੁਨਿਸ਼ਚਿਤ ਕੀਤਾ ਜਾਂਦਾ ਹੈ। ਹੁਣ ਵੀ ਪਿਛਲੇ ਮਹੀਨੇ ਦੇ ਵਿੱਚ ਜਦ ਬੋਰਡ ਦੇ ਐਗਜ਼ਾਮਸ ਹੋਏ ਨੇ, ਇੱਕ ਕੇਸ ਸਾਡੇ ਕੋਲ ਆਇਆ, 15 ਮਿੰਟ ਦੇ ਬਾਅਦ ਉਸ ਸਕੂਲ ਦੇ ਪ੍ਰਿੰਸੀਪਲ ਨੇ ਮਾਫੀ ਵੀ ਮੰਗੀ ਔਰ ਅਗਲੇ ਦਿਨ ਉਹਨੇ ਫੇਸਬੁੱਕਾਂ ਦੇ ਉੱਤੇ ਵੀ ਪਾਇਆ। ਔਰ ਮੈਂ ਸਮਝਦਾ ਕਿ ਇਹ ਜਿਹੜੀ ਅਵੇਅਰਨੈਸ ਲਿਆਣੀ ਹੈ, ਇਹ ਬਾਰ-ਬਾਰ ਲੋੜ ਪੈਂਦੀ ਹੈ। ਮਗਰ ਸਿਸਟਮ ਦੇ ਵਿੱਚ ਕਿਧਰੇ ਨਾ ਕਿਧਰੇ ਕੋਈ ਸ਼ਰਾਰਤੀ ਆ ਜਾਏ ਤੇ ਉਹਨੂੰ ਨਜਿੱਠਣ ਲਈ ਦਿੱਲੀ ਕਮੇਟੀ ਹਮੇਸ਼ਾ ਤਿਆਰ ਹੈ। ਤੁਸੀਂ ਕਾਕਾ ਸਾਹਿਬ ਦਿੱਲੀ 'ਚ ਬੈਠੇ ਹੋ। ਦਿੱਲੀ ਦੇ ਵਿੱਚੋਂ ਹੀ ਲਾਰੈਂਸ ਬਿਸ਼ਨੋਈ ਵਰਗਾ ਜੇਲ੍ਹ ਦੇ ਵਿੱਚੋਂ ਇੱਕ ਲਾਈਵ ਕਾਨਫਰੰਸ ਗੱਲਾਂ ਕਰਦਾ। ਪਰ ਸਾਡਾ ਕੈਦੀ ਇੱਥੇ ਦਿੱਲੀ ਤਿਹਾੜ ਜੇਲ੍ਹ 'ਚ ਜਥੇਦਾਰ ਜਗਤਾਰ ਸਿੰਘ ਹਵਾਰਾ ਵੀ ਬੈਠੇ ਹੋਏ ਨੇ। ਕਦੀ ਉਹਨਾਂ ਦੀ ਵੀਡੀਓਗ੍ਰਾਫੀ ਕਰਕੇ ਜਾਂ ਇੰਟਰਵਿਊ ਕਾਨਫਰੰਸ ਕੀਤੀ ਨਹੀਂ ਜਾਂਦੀ। ਕੀ ਕਾਰਨ ਹੈ ਕਿ ਸਾਨੂੰ ਇੱਕ ਗੁਲਾਮੀ ਦਾ ਅਹਿਸਾਸ ਕਰਵਾਇਆ ਜਾਂਦਾ ਹੈ ਜਾਂ ਇਹ ਗੱਲ ਮੰਨਣ ਲਈ ਤਿਆਰ ਹੋ ਜੇ ਵੀ ਸਿੱਖ ਗੁਲਾਮ ਹੀ ਨੇ? ਦੇਖੋ, ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕਿ ਬਈ ਸਿੱਖ ਗੁਲਾਮ ਨੇ, ਇਹ ਇੱਕ ਕਰਪਸ਼ਨ ਦਾ ਸਿਸਟਮ ਹੈ। ਜੀ, ਜੇ ਲਾਰੈਂਸ ਬਿਸ਼ਨੋਈ ਵਰਗਾ ਬੰਦਾ ਕਰਪਟ ਸਿਸਟਮ ਦੇ ਵਿੱਚੋਂ ਨਿਕਲ ਕੇ ਗਿਆ ਔਰ ਅੰਦਰ ਜਾ ਕੇ ਉਹਨੇ ਕਰਪਸ਼ਨ ਵਧਾਈ ਹੈ ਔਰ ਉੱਥੇ ਦੇ ਜੇਲਰਸ ਨੂੰ, ਉੱਥੇ ਦੇ ਸੁਪਰਿੰਟੈਂਡੈਂਟਸ ਨਾਲ ਮਿਲ ਕੇ, ਅਗਰ ਕਿਉਂਕਿ ਲੀਗਲੀ ਤਾਂ ਅਲਾਉਡ ਨਹੀਂ ਹੈ, ਜੀ, ਔਰ ਅਸੀਂ ਕਹੀਏ ਜੀ ਕਿ ਅਗਰ ਲਾਰੈਂਸ ਬਿਸ਼ਨੋਈ ਕਰ ਰਿਹਾ ਹੈ ਤੇ ਉਹਨੂੰ ਜਥੇਦਾਰ ਹਵਾਰਾ ਜਾਂ ਭਾਈ ਰਾਜੋਆਣਾ ਸਾਹਿਬ ਨੂੰ ਵੀ ਕਰਨੀ ਚਾਹੀਦੀ ਹੈ। ਤਾਂ ਮੈਂ ਸਮਝਦਾ ਕਿ ਅਗਰ ਉਹ ਨਹੀਂ ਕਰਦੇ ਤੇ ਉਹਨਾਂ ਦੀ ਬਹੁਤ ਅੱਛਾ ਵਿਵੇਕ ਹੈ, ਔਰ ਕਿਉਂਕਿ ਇੱਕ ਅੱਛੇ ਸਿਟੀਜ਼ਨ ਹੋਣ ਦੇ ਨਾਤੇ ਉਹਨਾਂ ਨੇ ਹਮੇਸ਼ਾ ਉਹਨਾਂ ਦੇ ਬਾਰੇ ਜੇਲ੍ਹਾਂ ਦੇ ਵਿੱਚ ਰਿਕਾਰਡ ਬਹੁਤ ਅੱਛੇ ਗਏ ਨੇ। ਜੀ। ਸੋ ਇਹ ਕਰਪਸ਼ਨ ਦਾ ਸਿਸਟਮ ਹੈ। ਜੋ ਬੰਦਾ ਕਰਪਸ਼ਨ ਕਰਦਾ ਹੈ, ਜੋ ਬੰਦਾ ਕੀ ਕਹਿੰਦੇ ਨੇ, ਇਹਨਾਂ ਲੋਕਾਂ ਨੂੰ ਮੈਨੇਜ ਕਰਦਾ ਹੈ, ਆਫੀਸ਼ੀਅਲਸ ਨੂੰ, ਉਹ ਗਲਤ ਸਿਸਟਮ ਦਾ ਇੱਕ ਭਾਗੀਦਾਰ ਤੇ ਹੈ ਹੀ ਹੈ। ਜੀ, ਤੇ ਅਸੀਂ ਉਹਦੇ ਨਾਲ ਕੰਪੈਰੀਜ਼ਨ ਇਹੋ ਜਿਹੇ ਲੋਕਾਂ ਨੂੰ ਨਾ ਕਰੀਏ ਤਾਂ ਚੰਗਾ। ਜੀ। ਇੱਕ ਗੱਲ ਹੋਰ ਜਿਹੜੀ ਪਿਛਲੇ ਦਿਨੀ ਆਪਣਾ ਇੱਥੋਂ ਬਾਬਾ ਦੀਪ ਸਿੰਘ ਗੁਰਦੁਆਰੇ ਵੱਲੋਂ ਹੋਈ। ਵਧੀਆ ਤੁਹਾਡੇ ਵੱਲੋਂ ਉਪਰਾਲਾ ਕੀਤਾ ਗਿਆ। ਕੋਈ ਇਹੋ ਜਿਹਾ ਵੇਖੋ, ਉਹ ਤਾਂ ਇੱਕ ਵੀਡੀਓ ਸਾਹਮਣੇ ਆ ਗਈ ਹੋਲੀ ਵਾਲੇ ਦਿਨ, ਇਹੋ ਜਿਹੇ ਨਲਾਇਕ ਪ੍ਰਧਾਨ ਹੋਣਗੇ ਜਿਨ੍ਹਾਂ ਨੂੰ ਇਹ ਨਹੀਂ ਪਤਾ ਵੀ ਸਾਡੀ ਹੋਲੀ ਨਹੀਂ ਹੋਲਾ ਹੈ ਤੇ ਉਹ ਬੰਦੇ ਹੋਲੀ ਮਨਾ ਰਹੇ ਨੇ। ਮਨਾਉਣ ਤੋਂ ਬਾਅਦ ਸਭ ਕੁਝ ਕਰਦੇ ਨੇ ਜੋ ਮੈਂ ਦੁਬਾਰਾ ਰਿਪੀਟ ਨਹੀਂ ਕਰਨਾ ਚਾਹੁੰਦਾ। ਪਰ ਕੋਈ ਐਸਾ ਪ੍ਰਬੰਧ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਵੀ ਜਿਹੜੇ ਵੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਬਣਨਗੇ ਉਹਨਾਂ ਦਾ ਕੋਈ ਡੋਪ ਟੈਸਟ ਜਾਂ ਕੋਈ ਉਹਨਾਂ ਦਾ ਕੋਈ ਤਰੀਕਾ ਹੋਵੇ, ਜਿਹੜਾ ਪ੍ਰੋਸੀਜਰ ਹੋਵੇ, ਜਾਂ ਸਿੱਖ ਰਹਿਤ ਮਰਜ਼ਾਦਾ ਜਿਹੜੀ ਸਾਡੀ ਲਿਖੀ ਹੋਈ ਹੈ। ਦੇਖੋ, ਪਹਿਲੀ ਗੱਲ ਤੇ ਹਰ ਸਿੰਘ ਸਭਾਵਾਂ ਦਾ ਆਪਣਾ ਐਕਟ ਹੈ, ਉਹਦਾ ਦਿੱਲੀ ਕਮੇਟੀ ਦੇ ਨਾਲ ਕੋਈ ਕੰਸਰਨ ਨਹੀਂ ਹੈ। ਮਗਰ ਆਪਾਂ ਹਰ ਵਕਤ ਅਵੇਅਰਨੈਸ ਕਰਦੇ ਹਾਂ, ਜਿਹੜੀਆਂ ਵੱਡੀਆਂ ਸਿੰਘ ਸਭਾਵਾਂ ਨੇ ਉਹਨਾਂ ਦੇ ਪ੍ਰਧਾਨ ਸਕੱਤਰ ਜਿਹੜੇ ਨੇ, ਪੂਰੀ ਕਮੇਟੀਆਂ ਅੰਮ੍ਰਿਤਧਾਰੀ ਹੋਣ, ਇਹਨੂੰ ਸੁਨਿਸ਼ਚਿਤ ਕਰਾਉਣਾ ਚਾਹੀਦਾ ਹੈ। ਔਰ ਅਸੀਂ ਹਮੇਸ਼ਾ ਚਾਹੁੰਦੇ ਹਾਂ ਕਿ ਜਿਹੜੇ ਐਕਟ ਨੇ, ਉਹ ਐਕਟ ਇਸ ਤਰੀਕੇ ਦੇ ਨਾਲ ਬਣਨੇ ਚਾਹੀਦੇ ਨੇ ਹਰ ਗੁਰਦੁਆਰੇ ਦੇ ਆਪਣੇ, ਤਾਂ ਕਿ ਉਹਦੇ ਵਿੱਚ ਕੋਈ ਭਰਾਵਾਂ ਜੰਗ ਨਾ ਛਿੜ ਜਾਏ, ਕੋਈ ਆਪਸ ਵਿੱਚ ਚੁਤਰਾਹਟ ਦੇ ਚੱਕਰ ਵਿੱਚ, ਪ੍ਰਧਾਨਗੀ ਦੇ ਚੱਕਰ ਵਿੱਚ ਕੁਛ ਨਾ ਹੋ। ਇਸ ਕਰਕੇ ਹਰ ਗੁਰਦੁਆਰੇ ਦਾ ਇੱਕ ਕਨਸਟੀਟਿਊਸ਼ਨ ਹੋਣਾ ਚਾਹੀਦਾ। ਮਗਰ ਇੱਥੇ ਕਈ ਸਾਲਾਂ ਤੋਂ ਕਈ ਗੁਰਦੁਆਰਿਆਂ ਦੇ ਵਿੱਚ ਇਲੈਕਸ਼ਨਸ ਨਹੀਂ ਹੋਈਆਂ ਔਰ ਦਿੱਲੀ ਕਮੇਟੀ ਜਿਹੜੀ ਹੈ ਉਹ ਸਿੱਧੀ ਡਾਇਰੈਕਟਲੀ ਇੰਟਰਫੇਅਰ ਦੇ ਵਿੱਚ ਨਹੀਂ ਕਰ ਸਕਦੀ। ਮਗਰ ਜਿਹੜੇ ਲੋਕ ਨੇ ਉਹਨਾਂ ਤੋਂ ਆਪਣੀ ਤੇ ਸਦਬੁੱਧੀ ਹੋਣੀ ਚਾਹੀਦੀ ਹੈ ਕਿ ਗੁਰੂ ਮਹਾਰਾਜ ਦਾ ਨਾਮ ਲੈ ਕੇ ਤੁਸੀਂ ਫਤਿਹ ਬੁਲਾ ਕੇ ਔਰ ਤੁਸੀਂ ਸ਼ਰਾਬ ਦੀਆਂ ਗੱਲਾਂ ਕਰੋ, ਇਹ ਵਾਕਈ ਬੜੀ ਇੱਕ ਮੰਦਭਾਗੀ ਗੱਲ ਸੀ, ਜਿਹਦਾ ਬਿਲਕੁਲ ਇਮੀਡੀਏਟਲੀ ਐਕਸ਼ਨ ਲਿਆ ਗਿਆ ਔਰ ਸਾਰੀ ਟੀਮ ਨੂੰ ਬਰਖਾਸਤ ਕੀਤਾ ਗਿਆ, ਉਹਨਾਂ ਕੋਲ ਮਾਫੀਆਂ ਮੰਗਾਈਆਂ ਗਈਆਂ ਔਰ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਅਸੀਂ ਇਨਵੋਲਵ ਕੀਤਾ, ਜਿਨ੍ਹਾਂ ਨੇ ਸਾਨੂੰ ਕਿਹਾ ਕਿ ਅਗਰ ਤੁਹਾਡੇ ਨਹੀਂ ਆਉਂਦੇ ਤੇ ਅਸੀਂ ਫਿਰ ਉਸ ਤੋਂ ਬਾਅਦ ਐਕਸ਼ਨ ਲਾਂਗੇ। ਸੋ ਬੜਾ ਉਸ ਮੈਟਰ ਨੂੰ ਸੁਲਝਾ ਲਿਆ ਗਿਆ। ਮਗਰ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਲੋਕਾਂ ਤੇ ਜਦੋਂ ਨੈਗੇਟਿਵ ਜਿਹੜੀ ਮੈਸੇਜ ਜਾਂਦਾ ਹੈ, ਉਹ ਪੋਜ਼ਿਟਿਵ ਮੈਸੇਜ ਇੰਨੀ ਫਾਸਟ ਨਹੀਂ ਜਾਂਦਾ। ਸੋ ਇਸ ਕਰਕੇ ਇਹ ਬੜਾ ਵੱਡਾ ਨੁਕਸਾਨ ਹੋਇਆ। ਮੈਂ ਅੱਜ ਸਵੇਰੇ ਵੀ ਦੇਖ ਰਿਹਾ ਸੀ ਕਿ ਇੱਕ ਸਿੱਖ ਨੌਜਵਾਨ ਬੱਚੇ ਇੱਕ ਟੇਬਲ ਤੇ ਬੈਠੇ ਨੇ, ਗਾਣਾ ਗਾ ਰਹੇ ਨੇ ਔਰ ਵੇਟ ਕਰ ਰਹੇ ਨੇ, ਤੇ ਦੂਸਰਾ ਮੁੰਡਾ ਇੱਕ ਸ਼ਰਾਬ ਦੀ ਪੇਟੀ ਲੈ ਕੇ ਆ ਰਿਹਾ ਤੇ ਭੰਗੜੇ ਪਾ ਰਿਹਾ। ਤੋਂ ਮੈਂ ਸਮਝਦਾ ਕਿ ਇਹੋ ਜਿਹਾ ਜਿਹੜੇ ਲੋਕ ਨੇ, ਉਹ ਆਪ ਉਹਨਾਂ ਨੂੰ ਸਦਬੁੱਧੀ ਹੋਣੀ ਚਾਹੀਦੀ ਹੈ ਕਿ ਅਸੀਂ ਸਿਰਾਂ ਤੇ ਪੱਗ ਬੰਨੀ ਹੈ ਔਰ ਇਹ ਪੱਗ ਇੱਕ ਜ਼ਿੰਮੇਵਾਰੀ ਹੈ ਔਰ ਉਸ ਜ਼ਿੰਮੇਵਾਰੀ ਦਾ ਅਹਿਸਾਸ ਹਰ ਇੱਕ ਨੂੰ ਹੋਣਾ ਚਾਹੀਦਾ ਹੈ। ਜਿਹੜਾ ਗੁਰੂ ਸਿੱਖ ਗੁਰੂ ਨਾਨਕ ਦਾ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਾਜਿਆ ਸਿੱਖ ਹੈ, ਉਹਨੂੰ ਇਸ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ ਕਿ ਜੇ ਮੈਂ ਸਿਰ ਤੇ ਪੱਗ ਬੰਨੀ ਹੈ ਤੇ ਮੈਨੂੰ ਅੱਜ 4 ਬੰਦਿਆਂ ਦਾ ਮੈਂ ਇੱਕ ਰੋਲ ਮਾਡਲ ਬਣ ਸਕਦਾ, ਨਾ ਕਿ ਮੈਂ ਇੱਕ ਸ਼ਰਾਬੀ ਬਣ ਕੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਦਿਖਾਵਾਂ। ਇਹ ਹਰ ਆਦਮੀ ਨੂੰ ਆਪਣੇ ਅੰਦਰ ਸੋਚਣਾ ਚਾਹੀਦਾ, ਝਾਤ ਮਾਰਨੀ ਚਾਹੀਦੀ। ਇੱਕ ਲਾਸਟ ਸਵਾਲ ਹੈ ਕਿ ਵਿਰੋਧੀ ਧਿਰ ਦੇ ਜਿਹੜੇ ਬੰਦੇ ਆ ਉਹ ਗੱਲ ਕਹਿੰਦੇ ਆ ਵੀ ਜਿਹੜਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲਾਂ ਦਾ ਮਿਆਰ ਦੀ ਪੜ੍ਹਾਈ ਦਾ ਅਸਥਿਰ ਸੀਗਾ, ਉਹ ਅੱਜ ਬੜਾ ਡਾਊਨਫਾਲ ਆ ਗਿਆ ਔਰ ਲੋਕ ਟੀਚਰਾਂ ਵੱਲੋਂ ਰੋਜ਼ ਐਜੂਕੇਸ਼ਨ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਜਾਂਦੀ ਹੈ, ਤਨਖਾਹਾਂ ਨਹੀਂ ਮਿਲਦੀਆਂ ਦੇਖੋ, ਤੇ ਔਰ ਪਹਿਲੀ ਪੜ੍ਹਾਈ ਗੱਲ ਵੀ ਬਹੁਤ ਲੈਵਲ ਥੱਲੇ ਚਲਾ ਪਹਿਲੀ ਗਿਆ। ਗੱਲ ਤੇ ਇਹ ਕੋਈ ਇਹੋ ਜਿਹੀ ਗੱਲ ਪਿਛਲੇ
ਪਿਛਲੇ 1 ਸਵਾ ਸਾਲ 'ਚ ਨਹੀਂ ਹੋਈ ਜੀ। ਕਿ ਕੋਈ ਪੜ੍ਹਾਈ ਦੀ ਗੱਲ, ਕੋਈ ਨਾਅਰੇਬਾਜ਼ੀ ਕੋਈ ਹੋਈ, ਕਿਉਂਕਿ ਸਵਾ ਸਾਲ ਦੇ ਵਿੱਚ ਸਵਾ ਸਾਲ ਵੀ ਕੀ 1 ਸਾਲ ਦੇ ਵਿੱਚ ਦਿੱਲੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ 43 ਕਰੋੜ ਰੁਪਈਆ ਸਕੂਲਾਂ ਦੀ ਮਦਦ ਲਈ ਗਿਆ, ਜਿਹਦੇ ਨਾਲ ਫੀਸਾਂ ਅਪ ਟੂ ਡੇਟ ਨੇ। ਜੀ। 2-4 ਸਕੂਲ ਹੋ ਸਕਦੇ ਨੇ ਜਿਨ੍ਹਾਂ ਦੀਆਂ ਫੀਸਾਂ 1 ਮਹੀਨਾ ਹੋਰ ਫਾਲਤੂ ਵਧੀਆਂ ਹੋਣ, ਵਰਨਾ ਸਭ ਦੀਆਂ ਬਰਾਬਰ ਚੱਲ ਰਹੀਆਂ ਨੇ। ਔਰ ਦੂਸਰੀ ਗੱਲ, ਜਿਹੜੇ ਪੜ੍ਹਾਈ ਦੇ ਮਰਿਆਦ ਦੀ ਗੱਲ ਕਰ ਰਹੇ ਨੇ, ਕਿਹੜੀ ਆਪੋਜੀਸ਼ਨ ਦੀ ਤੁਸੀਂ ਗੱਲ ਕਰਦੇ ਹੋ? ਜੀ। ਮੇਰੀ ਆਪੋਜੀਸ਼ਨ ਸਰਦਾਰ ਮਨਜੀਤ ਸਿੰਘ ਜੀਕੇ ਵੀ ਬੈਠਾ ਹੈ ਤੇ ਸਰਦਾਰ ਪਰਮਜੀਤ ਸਿੰਘ ਸਰਨਾ ਵੀ ਬੈਠਾ ਹੈ। ਦੋਨੇ ਕਰਦੇ ਆ। ਤੁਸੀਂ ਦੋਨਾਂ ਦੀ ਗੱਲ ਦਾ ਜਵਾਬ ਉਹਨਾਂ ਦੇ ਆਪਣੀਆਂ ਵੀਡੀਓ ਦੋਨਾਂ ਦੀ ਸੁਣ ਲਓ। ਜਦ ਮਨਜੀਤ ਸਿੰਘ ਪ੍ਰਧਾਨ ਬੰਦਾ ਬਣਿਆ ਸੀ, ਉਹਨੇ ਦੱਸਿਆ ਕਿ ਸਕੂਲਾਂ ਦਾ ਬੇੜਾ ਗਰਕ ਸਾਰਾ ਸਭ ਦੇ ਸਾਹਮਣੇ ਕੀਤਾ, ਔਰ ਜਿਸ ਵਕਤ ਸਰਨਾ ਸਾਹਿਬ ਪ੍ਰਧਾਨ ਹੁੰਦੇ ਸੀ ਤਦ ਮਨਜੀਤ ਸਿੰਘ ਬਾਰੇ ਇਹਨਾਂ ਦੇ ਬਾਰੇ ਕਹਿੰਦਾ ਹੁੰਦਾ ਸੀ। ਸੋ ਇਹ ਵਾਈਸ ਵਰਸਾ, ਇਹ ਦੋਨੋਂ ਪਹਿਲੇ ਇੱਕ ਦੂਜੇ ਤੇ ਇਲਜ਼ਾਮ ਲਾ ਚੁੱਕੇ ਨੇ। ਸਾਡੀ ਤਾਂ ਵਾਰੀ ਹੁਣ ਆਈ ਹੈ। ਅਸੀਂ ਤਾਂ ਹੁਣ ਸੇਵਾ ਸੰਭਾਲ ਪਿਛਲੇ 2.5 ਸਾਲਾਂ ਤੋਂ ਸ਼ੁਰੂ ਕੀਤੀ ਹੈ ਬਤੌਰ ਜਨਰਲ ਸਕੱਤਰ, ਜਾਂ ਸਾਲ ਤੋਂ ਮੈਂ ਬਤੌਰ ਪ੍ਰਧਾਨ। ਤੇ ਜਦ ਅਸੀਂ ਕੀਤੀ ਹੈ, ਉਹਦੇ ਵਿੱਚ ਕੋਵਿਡ ਦੀ ਇੰਨੀ ਵੱਡੀ ਮਹਾਮਾਰੀ ਆਈ, ਦੁਨੀਆ ਦੇ ਵਿੱਚ ਅਸੀਂ ਕੰਮ ਕਰਕੇ ਦਿਖਾਇਆ ਸੰਗਤ ਨੂੰ, ਔਰ ਸਿੱਖਾਂ ਦੇ ਸਿਰ ਉੱਚੇ ਕੀਤੇ ਆਪਣੀ ਸੇਵਾ ਨੂੰ ਲੈ ਕੇ। ਔਰ ਜਿੱਥੇ ਸਕੂਲਾਂ ਦੀ ਵਰਲਡ ਵਾਈਡ ਰਿਸੈਸ਼ਨ ਆਇਆ, ਅਸੀਂ ਸਕੂਲਾਂ ਨੂੰ ਫੀਡ ਕਰਨ ਵਾਸਤੇ, ਮੈਂ ਤੁਹਾਨੂੰ ਉਹਨੇ ਲੇਟੈਸਟ ਫਿਗਰ ਦੱਸੀ ਹੈ ਕਿ 43 ਕਰੋੜ ਰੁਪਏ ਅਸੀਂ ਇੱਥੋਂ ਦਿੱਤਾ। ਸੋ ਸਕੂਲਾਂ ਨੂੰ ਮੈਨੇਜ ਕਰਨਾ, ਇੱਕ ਵਿਗੜੇ ਹੋਏ ਸਿਸਟਮ ਨੂੰ ਸਾਂਭ ਕੇ ਚਲਾਣਾ, ਮੈਂ ਸਮਝਦਾ ਬਹੁਤ ਵੱਡੀ ਜ਼ਿੰਮੇਵਾਰੀ ਸੀ, ਔਰ ਸਾਡੀ ਕਮੇਟੀ ਔਰ ਸਾਰਾ ਜਿਹੜੀ ਟੀਮ ਹੈ ਉਹਨੂੰ ਬਖੂਬੀ ਨਿਭਾ ਰਹੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਅੱਛੇ ਤਰੀਕੇ ਦੇ ਨਾਲ ਇਹਨੂੰ ਠੀਕ ਕਰਾਂਗੇ, ਫਾਈਨੈਂਸ਼ੀਅਲ ਕ੍ਰਾਈਸਿਸ ਚੋਂ ਨਿਕਾਲ ਕੇ ਫਿਰ ਇਹਦੀ ਜਿਹੜੀ ਅਪਲਿਫਟਮੈਂਟ ਹੈ, ਇਹਦੀ ਉਹ ਗਲੋਰੀ ਹੈ ਜਿਹੜੀ ਜੀਐਚਪੀਐਸ ਦੀ ਜਿਸ ਵਕਤ ਅਸੀਂ ਪੜ੍ਹਦੇ ਸੀ, ਉਹਨੂੰ ਵਾਪਸ ਲੈ ਕੇ ਜ਼ਰੂਰ ਆਵਾਂਗੇ। ਬਿਲਕੁਲ ਜੀ। ਦਰਸ਼ਕੋ, ਤੁਸੀਂ ਅਕਾਲ ਚੈਨਲ ਦੇਖ ਰਹੇ ਸੀਗੇ। ਸਾਡੇ ਨਾਲ ਬਹੁਤ ਸਤਿਕਾਰਯੋਗ ਸਰਦਾਰ ਹਰਮੀਤ ਸਿੰਘ ਜੀ ਕਾਲਕਾ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਆਪਾਂ ਗੱਲਬਾਤ ਕਰ ਰਹੇ ਸੀਗੇ, ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਬੰਧਿਤ ਗੱਲਾਂ ਆਪਾਂ ਉਹਨਾਂ ਬਾਰੇ ਜਾਣਕਾਰੀ ਲਈ ਆ। ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨਾਲ ਗੱਲਬਾਤ ਕਰਦੇ ਰਵਾਂਗੇ। ਸਾਨੂੰ ਦਿਓ ਇਜਾਜ਼ਤਾਂ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।